ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ, ਬਾਲਾ ਜੀ ਅਤੇ ਮਰਦਾਨਾ ਪਟਨਾ ਤੋਂ ਟੁਰ ਪਏ। ਟੁਰਦੇ ਟੁਰਦੇ ਕਈ ਕੋਸ ਦਾ ਪੈਂਡਾ ਨਿਕਲ ਗਏ। ਸਮੁੰਦਰ ਕਿਨਾਰੇ ਆ ਪਹੁੰਚੇ। ਇੱਕ 35 ਕੋਹ ਲੰਬਾ ਮਗਰਮੱਛ ਸਮੁੰਦਰ ਵਿੱਚ ਡਿੱਠਾ। ਉਸ ਤੇ ਪੈਂਡਾ ਕਰਦਿਆਂ ਜਦੋਂ 2 ਦਿਨ ਬੀਤ ਗਏ, ਤਦ ਗੁਰੂ ਜੀ ਨੇ ਮਰਦਾਨੇ ਨੂੰ ਦੱਸਿਆ, ਜਿਸ ਤੇ ਅਸੀਂ ਚੱਲਦੇ ਪਏ ਹਾਂ, ਜਿਸ ਨੂੰ ਤੂੰ ਸਿਲ ਸਮਝ ਰਿਹਾ ਹੈ, ਅਸਲ ਵਿੱਚ ਮਗਰਮੱਛ ਹੈ। ਜਿੱਥੇ ਅਸੀਂ ਹੁਣ ਟੁਰ ਰਹੇ ਹਾਂ, ਇਸ ਦਾ ਸਿਰ ਹੈ। ਮਰਦਾਨਾ ਤੇ ਸੁਣਦਿਆਂ ਸਾਰ ਹੀ ਸੁੰਨ ਹੋ ਗਿਆ। ਆਖਣ ਲੱਗਾ, ਧੰਨ ਗੁਰੂ ਜੀ, ਤੁਸੀਂ, ਤੁਹਾਡੀਆਂ ਕੁਦਰਤਾਂ ਤੁਸੀਂ ਹੀ ਜਾਣ ਸਕਦੇ ਹੋ। ਇੰਨਾ ਵੱਡਾ ਮੱਛ ਤੇ ਕਦੀ ਨਹੀਂ ਸੁਣਿਆ ਤੇ ਨਾ ਹੀ ਵੇਖਿਆ ਹੈ। ਤਦ ਗੁਰੂ ਜੀ ਬੋਲੇ, ਮਰਦਾਨਿਆਂ, ਪਰਮਾਤਮਾ ਦੀ ਮਹਿਮਾ ਅਪਰੰਪਾਰ ਹੈ। ਅਲਪ ਜੀਵ ਉਸ ਦੀ ਮਹਿਮਾ ਨਹੀਂ ਜਾਣ ਸਕਦੇ। ਜਦੋਂ ਗੁਰੂ ਜੀ ਨੇ ਮੱਛ ਦੇ ਸੀਸ ਤੇ ਪੈਰ ਧਰਿਆ ਤਾਂ ਚਰਨ ਛੋਹ ਨਾਲ ਉਸ ਦਾ ਸਰੀਰ ਪਲਟ ਗਿਆ, ਦੇਵਤਾ ਸਰੂਪ ਹੋ ਗਿਆ ਤੇ ਉਸ ਨੂੰ ਆਪਣਾ ਪਿਛਲਾ ਜਨਮ ਸਾਰਾ ਯਾਦ ਆ ਗਿਆ। ਤਦ ਉਸ ਗੁਰੂ ਜੀ ਨੂੰ ਕਿਹਾ ਕਿ ਮੈਂ ਇਸ ਧਰਤੀ ਦੇ ਸ੍ਰੇਸ਼ਟ ਰਾਜਾ ਜਨਕ ਦਾ ਸੇਵਾਦਾਰ ਹਾਂ। ਉਹ ਜਨਕ ਜਿਹੜਾ ਸਵਰਗ ਲੋਕ ਨੂੰ ਵਿਦੇਹੀ ਹੀ ਗਿਆ ਸੀ। ਇੱਕ ਦਿਨ ਉਹਨਾਂ ਮੈਨੂੰ ਕੋਈ ਆਗਿਆ ਕੀਤੀ, ਪਰ ਮੈਂ ਉਹ ਕੰਮ ਮਨ ਨਾਲ ਨਹੀਂ ਕੀਤਾ। ਅੰਤਰਯਾਮੀ ਜਨਕ ਜਾਣਦੇ ਸਨ। ਉਹਨਾਂ ਆਖਿਆ ਕਿ ਇਹ ਕੰਮ ਤੂੰ ਮੱਛੀ ਵਾਂਗੂ ਤੜਫ ਕੇ ਕੀਤਾ ਹੈ ਤੇ ਮੈਨੂੰ ਇਹ ਮੱਛ ਦੀ ਜੂਨੀ ਨਸੀਬ ਹੋਈ। ਤੁਹਾਡੇ ਚਰਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਕਿ ਮੈਨੂੰ ਦੇਹ ਪ੍ਰਾਪਤ ਹੋਈ ਹੈ। ਤੇ ਇਸ ਤਰ੍ਹਾਂ ਆਖ ਉਹ ਗੁਰੂ ਜੀ ਨੂੰ ਮੱਥਾ ਟੇਕ ਕੇ ਸਵਰਗ ਲੋਕ ਨੂੰ ਚਲਾ ਗਿਆ। ਤਦ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਸਿਫਤ ਕੀਤੀ। ਆਖਿਆ, ਗੁਰੂ ਜੀ, ਤੁਹਾਡੀ ਮਹਿਮਾ ਮਹਾਨ ਹੈ। ਮੈਂ ਨਾਲ ਰਹਿ ਕੇ ਵੀ ਤੁਹਾਨੂੰ ਪਛਾਣ ਨਹੀਂ ਸਕਿਆ। ਤਾਂ ਗੁਰੂ ਜੀ ਨੇ ਕਿਹਾ, ਮਰਦਾਨਿਆਂ, ਤੇਰੇ ਪਿਛਲੇ ਸਾਰੇ ਅਵਗੁਣ ਬਖਸ਼ ਦਿੱਤੇ ਨੇ। ਮਰਦਾਨਾ ਖੁਸ਼ ਹੋਇਆ, ਆਖਣ ਲੱਗਾ, ਬਾਬਾ ਅਕਾਲ ਰੂਪ, ਤੁਹਾਡੇ ਤੇ ਖੁਦਾ ਵਿੱਚ ਕੋਈ ਫਰਕ ਨਹੀਂ। ਤਾਂ ਗੁਰੂ ਜੀ ਆਖਿਆ, ਮਰਦਾਨੇ, ਬੋਲ ਨਾ, ਤੈਨੂੰ ਨਹੀਂ ਤੇ ਪਛਤਾਣਾ ਪਵੇਗਾ। ਹੇ ਪ੍ਰਭੂ, ਤੁਹਾਡੀ ਸ਼ਰਨ 'ਚ ਮੈਨੂੰ ਡਰ ਕਿਹਾ। ਇਸ ਤਰ੍ਹਾਂ ਗੱਲਾਂ ਕਰਦੇ ਆਰਾਮ ਨਾਲ ਤੁਰੇ ਜਾ ਰਹੇ ਸਨ। ਮੂਹਰੇ ਕੋਈ ਬਹੁਤ ਵੱਡੀ ਬਲਾ ਵਿਖਾਈ ਦਿੱਤੀ। ਉਸ ਨੂੰ ਵੇਖ ਕੇ ਡਰ ਲੱਗ ਰਿਹਾ ਸੀ। ਮਰਦਾਨਾ ਆਖਣ ਲੱਗਾ, ਗੁਰੂ ਜੀ, ਅੱਗੇ ਤੋਂ ਅੱਗੇ ਜਾ ਰਹੇ ਹੋ, ਪਿੱਛੇ ਟੁਰਨ ਵਿੱਚ ਹੀ ਬਚਾ ਹੈ। ਤਾਂ ਗੁਰੂ ਜੀ ਬੋਲੇ, ਮਰਦਾਨਿਆਂ, ਭੱਜਾਂ ਵੀ ਇਹ ਬਲਾ ਤੈਨੂੰ ਜਾਣ ਨਹੀਂ ਦੇਵੇਗੀ, ਫੜ ਲਵੇਗੀ। ਇਸ ਕਰਕੇ ਜੇ ਅਗਾਂਹ ਟੁਰੇ ਜਾਈਏ, ਇਸ ਵਿੱਚ ਹੀ ਭਲਾ ਹੈ। ਤਦ ਮਰਦਾਨੇ ਆਖਿਆ, ਗੁਰੂ ਜੀ, ਐ ਤੇ ਸਾਡੇ ਬਿਲਕੁਲ ਕੋਲ ਆ ਰਹੀ ਜਾਪਦੀ ਏ। ਬੜੀ ਭਿਆਨਕ ਦੰਦ ਆਂਦਰਾਂ 'ਚ ਪਰੋ ਕੇ ਸਿਰਾਂ ਦੀ ਮਾਲਾ ਪਾਈ ਹੋਈ ਏ। ਹੱਥ ਵਿੱਚ ਲਹੂ ਦਾ ਭਰਿਆ ਖੱਪਰ ਫੜਿਆ ਸੀ। ਆਪਣੀ ਪਿੱਠ ਤੇ ਉਸਨੇ ਤਾਂਬੇ ਵਰਗੇ ਲਾਲ ਵਾਲ ਸੁੱਟੇ ਹੋਏ ਸਨ। ਆਪਣੇ ਬਦਨ ਦਾ ਪਸਾਰ ਕਰਕੇ ਗੁਰੂ ਪਾਸ ਆ ਗਈ। ਗੁਰੂ ਜੀ ਨੇ ਆਲਾ ਦੁਆਲਾ ਵੇਖਿਆ। ਪਾਣੀ ਵਿੱਚ ਇੱਕ ਡੰਡਾ ਪਿਆ ਸੀ। ਗੁਰੂ ਜੀ ਨੇ ਹੱਥ ਵਿੱਚ ਫੜ ਲਿਆ ਤੇ ਇੱਕਦਮ ਉਹ ਬਲਾ ਦੌੜ ਪਈ। ਉਹ ਡੰਡਾ ਆਪਣੇ ਬਲ ਨਾਲ ਆਪਣੇ ਹੱਥਾਂ ਵਿੱਚ ਫੜਨ ਲੱਗੀ, ਪਰ ਉਸ ਦਾ ਕੋਈ ਵਸ ਨਾ ਚੱਲਿਆ। ਉੱਚੀ ਉੱਚੀ ਪੁਕਾਰਨ ਲੱਗੀ, ਜਿਵੇਂ ਉਸ ਨੂੰ ਬੜੀ ਪੀੜ ਹੋ ਰਹੀ ਸੀ। ਇੰਨੇ ਚਿਰ ਨੂੰ ਸ਼੍ਰੀ ਨਾਰਦ ਜੀ ਵੀਣਾ ਵਜਾਉਂਦੇ ਹੋਏ ਭਗਤੀ 'ਚ ਲੀਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਪੁੱਜੇ। ਬੇਨਤੀ ਕਰਕੇ ਨਾਰਦ ਜੀ ਨੇ ਉਸ ਬਲਾ ਨੂੰ ਗੁਰੂ ਜੀ ਕੋਲੋਂ ਛੁਡਾ ਦਿੱਤਾ ਤੇ ਨਾਰਦ ਜੀ ਗੁਰੂ ਜੀ ਦਾ ਜਸ ਵਰਣਨ ਕਰਨ ਲੱਗੇ ਅਤੇ ਆਤਮਾ ਵਿਦਿਆ ਸੰਬੰਧੀ ਉਪਨਿਸ਼ਦਾਂ ਦੇ ਦੱਸੇ ਮਹਾਵਾਕ ਉਚਾਰਨ ਲੱਗੇ। ਹੇ ਪ੍ਰਭੂ, ਤੁਸਾਂ ਸਤਯੁਗ ਵਿੱਚ ਧਰਮ ਦੀ ਪਾਲਣਾ ਕੀਤੀ ਅਤੇ ਨਾਮ ਯੋਗ ਦਾ ਉਪਦੇਸ਼ ਦਿੱਤਾ, ਜਿਸ ਨੂੰ ਸੁਣ ਕੇ ਜੀਵਾਂ ਦੇ ਦੁੱਖ ਕਲੇਸ਼ ਕੱਟੇ ਗਏ। ਬਹੁਤ ਜੀਵਾਂ ਦੀ ਬੁੱਧੀ ਥੋੜੀ ਹੁੰਦੀ ਹੈ, ਉਹਨਾਂ ਵਾਸਤੇ ਵੀ ਆਪ ਨੇ ਨਾਮ ਯੋਗ ਦੀ ਸਿੱਖਿਆ ਦਿੱਤੀ ਹੈ। ਫਿਰ ਤੁਸੀਂ ਮਨ ਇਸ ਦੇ ਰੂਪ ਵਿੱਚ
ਆ ਮਨ ਸਿਮਰਤੀ ਦਾ ਉਚਾਰਨ ਕੀਤਾ। ਨਾਮ ਸਿਮਰਨ ਦੀ ਯੱਗ ਆਦਿ ਕਰਨ ਦੀਆਂ ਸਭ ਵਿਧੀਆਂ ਦੱਸੀਆਂ ਅਤੇ ਤ੍ਰੇਤੇ ਯੁੱਗ ਵਿੱਚ ਧਰਮ ਦਾ ਪ੍ਰਚਾਰ ਕੀਤਾ। ਆਪ ਨੇ ਧਰਮ ਦਾ ਉਪਦੇਸ਼ ਦੇ ਬਹੁਤ ਜੀਵਾਂ ਦਾ ਉਧਾਰ ਕੀਤਾ ਤੇ ਧਰਮ ਦੀ ਰੀਤੀ ਨੂੰ ਪ੍ਰਚਲਿਤ ਕੀਤਾ। ਨਾਰਦ ਜੀ ਨੇ ਜਦੋਂ ਉਸਤਤ ਕੀਤੀ ਤਾਂ ਗੁਰੂ ਜੀ ਖੁਸ਼ ਹੋ ਕੇ ਬੋਲੇ, ਹੇ ਦੇਵ ਰਿਸ਼ੀ, ਤੂੰ ਸਭ ਦੇਵਤਿਆਂ ਦਾ ਵੱਡਾ ਹੈ, ਤੂੰ ਧੰਤਾਂ ਦੇ ਯੋਗ ਹੈ। ਜੇ ਪਰਮਾਤਮਾ ਦਾ ਵਿਰਾਟ ਰੂਪ ਹੈ, ਜੋ ਉਹਨਾਂ ਦਾ ਮਨ ਹੈ, ਉਹ ਨਾਰਦ ਮੁਨੀ ਤੂੰ ਹੀ ਹੈ। ਪ੍ਰੇਮ ਭਗਤੀ ਵਿੱਚ ਸ਼੍ਰੋਮਣੀ ਹੈ। ਤੇਰੇ ਵਰਗਾ ਪਰਮਾਤਮਾ ਦਾ ਭਗਤ ਕੋਈ ਨਹੀਂ ਵੇਖਿਆ। ਪਰਮਾਤਮਾ ਦੇ ਨਾਲ ਮਿਲਿਆ ਹੈ। ਜਿਸ ਤਰ੍ਹਾਂ ਮੱਛੀ ਦਾ ਜੀਵਨ ਪਾਣੀ ਨਾਲ ਹੈ, ਤਾਂ ਵੀ ਭਗਤੀ ਬਿਨਾਂ ਨਹੀਂ ਜੀ ਸਕਦਾ। ਜਦ ਨਾਰਦ ਨੇ ਗੁਰੂ ਜੀ ਅੱਗੇ ਕਲਯੁਗ ਨੂੰ ਕੀਤਾ ਤੇ ਕਿਹਾ, ਜਦੋਂ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ ਤਾਂ ਇਸ ਦੇ ਮਨ ਨੂੰ ਅਸੀਂ ਤ੍ਰਿਪਤ ਕਰਾਂਗੇ। ਜਦੋਂ 10ਵਾਂ ਅਵਤਾਰ ਪਾਵਾਂਗੇ ਤਾਂ ਇੱਕ ਨਵਾਂ ਪੰਥ ਸਜਾਵਾਂਗੇ। ਬਹੁਤ ਲੜਾਈਆਂ ਹੋਣਗੀਆਂ ਤਾਂ ਇਸ ਦਾ ਕੰਮ ਪੂਰਨ ਹੋਵੇਗਾ। ਇਸ ਤਰ੍ਹਾਂ ਆਖ ਕੇ ਗੁਰੂ ਜੀ ਦੇਵਾਂ ਨੂੰ ਵਿਦਾ ਕੀਤਾ ਤੇ ਆਪ ਅਗਾਂਹ ਚੱਲ ਪਏ। ਇਸ ਤਰ੍ਹਾਂ ਨਾਰਦ ਜੀ ਨੂੰ ਮਿਲ ਕੇ ਗੁਰੂ ਜੀ ਅੱਗੇ ਸਮੁੰਦਰੀ ਟਾਪੂ ਆਇਆ। ਇੱਥੇ ਇੱਕ ਸੁੰਦਰ ਸ਼ਹਿਰ ਸੀ, ਜਿਸ ਦੇ ਚਾਰੇ ਪਾਸੇ ਸੁੰਦਰ ਬਾਗ ਸਨ ਅਤੇ ਚੁਫੇਰੇ ਬੜੀ ਉੱਚੀ ਫਸੀਲ ਬਣੀ ਹੋਈ ਸੀ, ਮਾਨੋ ਕਿ ਐਡੀ ਉੱਚੀ ਫਸੀਲ ਬੱਦਲ ਰੋਕਣ ਵਾਸਤੇ ਬਣੀ ਹੋਈ ਸੀ। ਇੱਥੇ ਇੱਕ ਰਾਜਾ ਸੀ। ਸ਼ਹਿਰ ਤੋਂ ਬਾਹਰ ਰਮਣੀਕ ਜਗ੍ਹਾ ਵੇਖ ਕੇ ਗੁਰੂ ਜੀ ਬੈਠ ਗਏ। ਇੱਕ ਦਿਨ ਤੇ ਇੱਕ ਰਾਤ ਬੀਤ ਗਈ ਤਾਂ ਮਰਦਾਨੇ ਕਿਹਾ, ਗੁਰੂ ਜੀ, ਮੈਂ ਸ਼ਹਿਰ ਜਾ ਆਵਾਂ, ਉੱਥੇ ਜਾ ਕੇ ਕੁਝ ਮੰਗ ਕੇ ਖਾ ਆਵਾਂ। ਤਾਂ ਗੁਰੂ ਜੀ ਨੇ ਬਾਲੇ ਵੱਲ ਵੇਖਦਿਆਂ ਕਿਹਾ, ਬਾਲੇ, ਮਰਦਾਨਾ ਕੀ ਆਖ ਰਿਹਾ? ਤਾਂ ਬਾਲੇ ਕਿਹਾ, ਗੁਰੂ ਜੀ, ਜਾਤੀ ਸੁਭਾਅ ਹੈ, ਮੰਗ ਖਾਣ ਲਈ ਮਜਬੂਰ ਹੈ ਮਰਦਾਨਾ। ਤਾਂ ਗੁਰੂ ਜੀ ਕਿਹਾ, ਮਰਦਾਨੇ, ਤੂੰ ਕਿਸ ਤੋਂ ਮੰਗੇਗਾ? ਤਾਂ ਮਰਦਾਨਾ ਬੋਲਿਆ, ਜੀ ਜਿਸ ਤੋਂ ਤੁਸੀਂ ਆਖੋਗੇ ਮੰਗ ਲਵਾਂਗਾ। ਮੇਰਾ ਇੱਥੇ ਕੋਈ ਆਪਣਾ ਜਾਂ ਮਿੱਤਰ ਦੋਸਤ ਨਹੀਂ ਹੈ। ਤਦ ਗੁਰੂ ਜੀ ਕਿਹਾ, ਮਰਦਾਨਿਆ, ਇੱਥੇ ਇੱਕ ਪਾਖਰ ਨਾਮੀ ਤਰਖਾਣ ਹੈ। ਉਸ ਦਾ ਪੁੱਤਰ ਝੰਡਾ ਵਾਢੀ ਹੈ, ਜੋ ਚੰਗੇ ਸੁਭਾਅ ਦਾ ਹੈ। ਤੂੰ ਉਸ ਦੇ ਘਰ ਜਾ। ਤਦ ਮਰਦਾਨਾ ਸ਼ਹਿਰ ਵੱਲ ਟੁਰ ਗਿਆ। ਪੁੱਛਦਾ ਪੁੱਛਦਾ ਝੰਡੇ ਵਾਢੀ ਦੇ ਘਰ ਗਿਆ। ਤਦ ਝੰਡੇ ਵਾਢੀ ਨੇ ਪੁੱਛਿਆ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤਾਂ ਮਰਦਾਨੇ ਕਿਹਾ, ਮੇਰਾ ਨਾਂ ਮਰਦਾਨਾ ਹੈ, ਗੁਰੂ ਨਾਨਕ ਦਾ ਸਾਥੀ ਹਾਂ। ਸ਼ਹਿਰ ਦੇ ਬਾਹਰ ਬੈਠੇ ਨੇ, ਉਹਨਾਂ ਹੀ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਅਸੀਂ ਦੇਸ਼ ਦੇਸ਼ ਸ਼ਹਿਰ ਸ਼ਹਿਰ ਫਿਰਦੇ ਹਾਂ। ਤਾਂ ਝੰਡੇ ਵਾਢੀ ਨੇ ਕਿਹਾ, ਪਰ ਮੈਂ ਤੇ ਇਹ ਨਾਂ ਸੁਣਿਆ ਵੀ ਨਹੀਂ, ਉਹਨਾਂ ਨੂੰ ਕਦੀ ਵੇਖਿਆ ਵੀ ਨਹੀਂ। ਉਹਨਾਂ ਕਿਸ ਤਰ੍ਹਾਂ ਤੁਹਾਨੂੰ ਮੇਰੇ ਪਾਸ ਭੇਜਿਆ? ਤਾਂ ਮਰਦਾਨਾ ਬੋਲਿਆ, ਉਹਨਾਂ ਦੀ ਮਹਿਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਝੰਡੇ ਵਾਢੀ ਨੇ ਮਰਦਾਨੇ ਤੋਂ ਪੁੱਛਿਆ, ਉਹਨਾਂ ਦਾ ਭੇਖ ਕਿਸ ਤਰ੍ਹਾਂ ਦਾ ਹੈ? ਉਹਨਾਂ ਦੀ ਰੀਤ ਕੀ ਹੈ? ਮੈਂ ਦਰਸ਼ਨ ਕਰਨ ਜਾਵਾਂ ਤਾਂ ਕੀ ਭੇਟ ਲੈ ਕੇ ਜਾਵਾਂ? ਮਰਦਾਨੇ ਕਿਹਾ, ਉਹਨਾਂ ਨੂੰ ਨਾਨਕ ਤਪਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਰੀਰ ਤੇ ਭਗਵੇਂ ਕੱਪੜੇ, ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਸਭ ਦੁੱਖ ਦੂਰ ਹੋ ਜਾਂਦੇ ਹਨ। ਤਾਂ ਝੰਡੇ ਵਾਢੀ ਆਪਣੀ ਘਰ ਵਾਲੀ ਨਾਲ ਸਲਾਹ ਕਰੀ ਕਿ ਕੋਈ ਬਰਕਤ ਫਕੀਰ ਜਾਪਦੇ ਨੇ, ਭੋਜਨ ਤਿਆਰ ਕਰ, ਮੈਂ ਲੈ ਕੇ ਚੱਲਦਾ ਹਾਂ। ਜਦੋਂ ਝੰਡਾ ਵਾਢੀ ਬਾਗ ਵਿੱਚੋਂ ਫਲ ਤੇ ਫੁੱਲ ਲੈ ਕੇ ਆਇਆ ਤਾਂ ਮਰਦਾਨੇ ਪੁੱਛਿਆ, ਹੇ ਭਾਈ, ਜਿਹੜਾ ਬੰਦਾ ਮੈਨੂੰ ਤੁਸਾਂ ਦੇ ਘਰ ਛੱਡ ਗਿਆ ਹੈ, ਤੁਹਾਡੇ ਪਾਸ ਬੜੇ ਪ੍ਰੇਮ ਨਾਲ ਬੈਠਾ ਸੀ, ਕੌਣ ਸੀ? ਝੰਡੇ ਵਾਢੀ ਨੇ ਕਿਹਾ, ਇਸ ਦਾ ਨਾਮ ਇੰਦਰਸੈਨ ਹੈ, ਰਾਜੇ ਸੁਦਰਸੈਨ ਦਾ ਭਣੇਵਾ ਹੈ। ਸਾਡਾ ਦੋਵਾਂ ਦਾ ਬਹੁਤ ਪ੍ਰੇਮ ਹੈ। ਅਸੀਂ ਦੋਵੇਂ ਹੀ ਇਕੱਠੇ ਭਗਤੀ ਕਰਿਆ ਕਰਦੇ ਹਾਂ। ਬੜਾ ਚੰਗੇ ਸੁਭਾਅ ਵਾਲਾ ਹੈ। ਨਿਤਨੇਮ ਕਰਦੇ ਹਾਂ। ਗੁਰੂ ਦੇ ਉਪਦੇਸ਼ ਨੂੰ ਪੁਰਖਾਂ ਤੋਂ ਕਰਦੇ ਹਾਂ। ਤਾਂ ਮਰਦਾਨੇ ਕਿਹਾ, ਤੁਸੀਂ ਧੰਨ ਹੋ, ਇੰਨੇ ਪ੍ਰਭੂ ਪਿਆਰੇ ਹੋ। ਤੁਸਾਂ ਆਪਣਾ ਤਨ ਮਨ ਭਗਤੀ 'ਚ ਰੰਗਿਆ ਹੈ। ਮਰਦਾਨੇ ਆਖਿਆ, ਜੇ ਭੋਜਨ ਤਿਆਰ ਹੋ ਗਿਆ ਤਾਂ ਚਲੋ, ਦੇਰ ਨਾ ਕਰੋ।
ਮਰਦਾਨੇ ਦੀ ਗੱਲ ਸੁਣ ਝੰਡਾ ਵਾਢੀ ਤੁਰ ਪਿਆ। ਭੋਜਨ ਦੀ ਟੋਕਰੀ ਸਿਰ ਤੇ ਚੁੱਕ ਲਈ, ਮਰਦਾਨੇ ਨੂੰ ਅੱਗੇ ਕਰ ਪਿੱਛੇ ਪਿੱਛੇ ਟੁਰ ਪਿਆ। ਰਸਤੇ 'ਚ ਝੰਡਾ ਵਾਢੀ ਮਰਦਾਨੇ ਤੋਂ ਪੁੱਛਣ ਲੱਗਾ, ਜੇ ਨਾਨਕ ਤਪਾ ਹੈ ਉਸ ਨੂੰ ਕੀ ਕਹਿ ਕੇ ਬੁਲਾਈਏ? ਤਾਂ ਮਰਦਾਨੇ ਕਿਹਾ, ਭਾਈ ਸਤ ਕਰਤਾਰ ਆਖੀਦਾ। ਤਦ ਗੁਰੂ ਜੀ ਨੂੰ ਮੱਥਾ ਟੇਕ ਖੁਸ਼ੀ ਖੁਸ਼ੀ ਝੰਡਾ ਵਾਢੀ ਬੈਠ ਗਿਆ ਤੇ ਆਖਿਆ, ਜੀ ਮੈਂ ਪਰਮੇਸ਼ਵਰ ਦਾ ਭੇਜਾ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ, ਤੁਹਾਡੇ ਵਾਸਤੇ ਭੋਜਨ ਲੈ ਕੇ ਆਇਆ ਹਾਂ। ਸ਼ਰਧਾ ਨਾਲ ਤੁਸੀਂ ਛਕੋ ਤੇ ਮੇਰੇ ਮਨ ਦੀ ਆਸ ਪੂਰੀ ਕਰੋ। ਤਾਂ ਗੁਰੂ ਜੀ ਕਿਹਾ, ਉਸ ਪਰਮਾਤਮਾ ਨੂੰ ਪਛਾਣ ਸਕਦੇ ਹੋ ਜਿਸ ਨੂੰ ਸੁਰਜਣ ਖੋਜਦੇ ਨੇ, ਵੇਦ ਵੀ ਨੇਤ ਸੇਤ ਕਹਿੰਦੇ ਹਨ। ਝੰਡੇ ਵਾਢੀ ਕਿਹਾ, ਜੀ ਅਸੀਂ ਸਾਸੰਗੀ ਲੋਕ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਸਾਨੂੰ ਪਰਮਾਤਮਾ ਨੂੰ ਮਿਲਣ ਦੀ ਅਭਿਲਾਸ਼ਾ ਹੈ। ਜਦੋਂ ਪੂਰਾ ਗੁਰੂ ਮਿਲ ਗਿਆ ਤਾਂ ਉਹ ਸਾਨੂੰ ਆਤਮਾ ਤੇ ਪਰਮਾਤਮਾ ਬਾਰੇ ਗਿਆਨ ਕਰਾਏਗਾ। ਤਾਂ ਗੁਰੂ ਜੀ ਨੇ ਕਿਹਾ, ਝੰਡੇ ਵਾਢੀ ਤੂੰ ਕਿਸ ਦੀ ਸੰਗਤ ਕਰਨਾ ਏ? ਤਾਂ ਝੰਡੇ ਵਾਢੀ ਨੇ ਕਿਹਾ, ਜੋ ਰਾਜੇ ਦਾ ਭਣੇਵਾ ਹੈ ਇੰਦਰਸੈਨ ਮੇਰਾ ਮਿੱਤਰ ਵੀ ਹੈ। ਤਦ ਗੁਰੂ ਜੀ ਕਿਹਾ, ਇਹ ਜੋ ਭੋਜਨ ਲਿਆਂਦਾ ਹੈ ਇਸ ਦੇ 5 ਹਿੱਸੇ ਕਰੋ। ਤਦ ਬਾਲੇ ਨੇ ਭੋਜਨ ਦੇ 5 ਹਿੱਸੇ ਕੀਤੇ ਤੇ ਮਰਦਾਨੇ ਨੂੰ ਖਾਣ ਵਾਸਤੇ ਕਿਹਾ। ਗੁਰੂ ਜੀ ਤੁਸੀਂ ਖਾਓਗੇ ਤਾਂ ਮੈਂ ਖਾਵਾਂਗਾ। ਤਾਂ ਗੁਰੂ ਜੀ ਨੇ ਕਿਹਾ, ਹੇ ਝੰਡੇ ਵਾਢੀ ਇੰਦਰਸੈਨ ਨੂੰ ਬੁਲਾ ਤਾਂ ਹੀ ਭੋਜਨ ਕਰਾਂਗੇ। ਝੰਡਾ ਵਾਢੀ ਇੰਦਰਸੈਨ ਨੂੰ ਬੁਲਾਉਣ ਚਲਾ ਗਿਆ। ਜਦੋਂ ਇੰਦਰਸੈਨ ਨੂੰ ਝੰਡੇ ਵਾਢੀ ਦੱਸਿਆ ਕਿ ਨਾਨਕ ਤਪਾ ਤੈਨੂੰ ਬੁਲਾ ਰਹੇ ਨੇ ਭੋਜਨ ਖਾਣ ਵਾਸਤੇ, ਤਾਂ ਉਹ ਬੜਾ ਖੁਸ਼ ਹੋਇਆ, ਮਾਨੋ ਮੁੱਦਤਾਂ ਪਿੱਛੋਂ ਕਿਸੇ ਪਿਆਸੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ, ਤੇ ਝੰਡੇ ਵਾਢੀ ਦੇ ਨਾਲ ਟੁਰ ਪਿਆ। ਬੜੇ ਪ੍ਰੇਮ ਨਾਲ ਬੜੇ ਉਤਸ਼ਾਹ ਨਾਲ ਗੁਰੂ ਜੀ ਨੂੰ ਨਮਸਕਾਰ ਕੀਤੀ। ਦੋਵੇਂ ਜਣੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ, ਹੇ ਮਹਾਮੋਕਸ਼ ਸੋਚ ਗਿਆਨ ਦੀ ਦਾਤ ਸਾਨੂੰ ਵੀ ਬਖਸ਼ੋ। ਸਾਡੇ ਮਨ ਵਿੱਚ ਬੜੇ ਚਿਰ ਦੀ ਇਹ ਆਸ਼ਾ ਹੈ। ਸਾਨੂੰ ਕਰੋੜਾਂ ਜਨਮ ਹੋ ਗਏ ਹਨ, ਅਸੀਂ ਆਪਣੇ ਆਪ ਨੂੰ ਭੁੱਲ ਕੇ 84 ਦੇ ਗੇੜੇ ਖਾਂਦੇ ਫਿਰਦੇ ਹਾਂ। ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਭਗਤਾਂ ਨੂੰ ਦੰਭ ਚੋਂ ਕੱਢਣ ਵਾਲੇ ਸੂਰੇ ਨਾਨਕ ਬੋਲੇ, ਜੇ ਤੁਸੀਂ ਆਪਣੇ ਨਿੱਜ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਪਹਿਲੇ ਦਕਸ਼ਣਾ ਦਿਓ, ਫਿਰ ਗਿਆਨ ਨੂੰ ਸੁਣੋ ਤੇ ਜੋ ਵੀ ਵਸਤੂਆਂ ਹਨ ਸਭ ਮੈਨੂੰ ਦੇ ਦਿਓ। ਬਾਕੀ ਸੱਤ ਬਚਦਾ ਹੈ, ਵਿਰਾਗ 'ਚ ਆ ਕੇ ਉਸ ਦਾ ਵਿਚਾਰ ਕਰੋ। ਜੋ ਸਹਿਜ ਸੁਭਾਅ ਗਿਆਨ ਹੋ ਜਾਂਦਾ ਹੈ ਉਸ ਨੂੰ ਸਾਰੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ 'ਚ ਇਹ ਗੁਣ ਨਹੀਂ ਹੈ, ਜੇ ਉਹ ਕੋਸ਼ਿਸ਼ਾਂ ਵੀ ਕਰਨ ਤਾਂ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ, ਪਦਾਰਥਾਂ 'ਚ ਲਿਪਟੇ ਰਹਿੰਦੇ ਹਨ। ਜਿਸ ਕਰਕੇ ਅਸਾਂ ਤੁਹਾਡੀ ਪਰਖ ਕੀਤੀ ਹੈ। ਤਾਂ ਦੋਵੇਂ ਬੋਲੇ, ਹੇ ਮਹਾਰਾਜ ਤੁਸੀਂ ਪੂਰਨ ਪੁਰਖ ਹੋ, ਹਰ ਤਰ੍ਹਾਂ ਨਾਲ ਪਰਖ ਕੇ ਸਾਨੂੰ ਸ਼ੁਭ ਉਪਦੇਸ਼ ਦੇਵੋ। ਜੋ ਵੀ ਸਾਡਾ ਹੈ ਤਨ ਮਨ ਸਭ ਤੁਹਾਡਾ ਹੋ ਗਿਆ, ਸਰਬੰਸ ਤੁਹਾਨੂੰ ਦੇ ਦਿੱਤਾ ਹੈ। ਤਦ ਗੁਰੂ ਜੀ ਆਖਣ ਲੱਗੇ, ਤੁਹਾਡੇ ਕੋਲ ਹੁਣ ਕੀ ਰਹਿ ਗਿਆ? ਤਾਂ ਉਹਨਾਂ ਆਖਿਆ, ਜੀ ਸਾਡੇ ਕੋਲ ਤਾਂ ਹੁਣ ਸਾਡਾ ਸਰੀਰ ਹੈ। ਤਾਂ ਗੁਰੂ ਜੀ ਕਿਹਾ, ਵਿਚਾਰ ਕਰਕੇ ਵੇਖੋ, ਸਰੀਰ ਵੀ ਸਥਿਰ ਰਹਿਣ ਵਾਲੀ ਚੀਜ਼ ਨਹੀਂ ਹੈ, ਇਸ ਕਰਕੇ ਇਸ ਨੂੰ ਸਾਨੂੰ ਭੇਂਟ ਕਰ ਦਿਓ ਤੇ ਪਿੱਛੋਂ ਗਿਆਨ ਹਾਸਲ ਕਰੋ। ਫਿਰ ਦੋਵਾਂ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਸਰੀਰ ਵੀ ਗੁਰੂ ਜੀ ਦੇ ਸਮਰਪਿਤ ਕਰ ਦਿੱਤਾ। ਤਾਂ ਗੁਰੂ ਜੀ ਨੇ ਕਿਹਾ, ਹੁਣ ਤੁਹਾਡੇ ਕੋਲ ਕੀ ਹੈ? ਤਦ ਆਖਣ ਲੱਗੇ, ਜੀ ਸਾਡੇ ਕੋਲ ਹੁਣ ਸਾਡਾ ਅੰਤਕਰਣ ਹੈ, ਇਸ ਤੋਂ ਸਿਵਾਏ ਕੋਈ ਨਿੱਜੀ ਵਸਤੂ ਨਹੀਂ ਹੈ। ਤਾਂ ਗੁਰੂ ਜੀ ਕਿਹਾ, ਅੰਤਕਰਣ ਵੀ 5 ਤੱਤਾਂ ਦਾ ਬਣਿਆ ਹੋਇਆ ਹੈ, ਇਸ ਕਰਕੇ ਇਹ ਵੀ ਅਸਤ ਹੈ, ਇਸ ਨੂੰ ਵੀ ਤੁਸੀਂ ਸੱਤ ਨਹੀਂ ਸਮਝ ਸਕਦੇ। ਤਾਂ ਉਹਨਾਂ ਆਖਿਆ, ਜੀ ਜਿਸ ਤਰ੍ਹਾਂ ਤੁਸੀਂ ਆਖੋਗੇ ਉਸ ਤਰ੍ਹਾਂ ਹੀ ਕਰਾਂਗੇ। ਗੁਰੂ ਜੀ ਅੰਤਕਰਣ ਨੂੰ ਵੀ ਭੇਂਟ ਚੜਾ ਕੇ ਗਿਆਨ ਵਿੱਚ ਸਮਾ ਜਾਵੋ। ਤਾਂ ਗੁਰੂ ਜੀ ਨੇ ਕਿਹਾ, ਤੁਹਾਨੂੰ ਕੋਈ ਸੰਸਾ ਹੈ ਤਾਂ ਦੱਸੋ। ਤਾਂ ਉਹ ਕਹਿਣ ਲੱਗੇ, ਗੁਰੂ ਜੀ ਸੰਸਾ ਸੰਕਲਪ ਤੋਂ ਪੈਦਾ ਹੁੰਦਾ ਹੈ, ਸੰਕਲਪ ਮਨ ਕਰਦਾ ਹੈ, ਮਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਤੇ ਸਾਡੇ ਸੰਸੇ ਖਤਮ ਹੋ ਗਏ। ਤਦ ਗੁਰੂ ਜੀ ਕਹਿਣ ਲੱਗੇ, ਹਉਮੈ ਤੁਸੀਂ ਪਹਿਲੇ ਹੀ ਸਾਨੂੰ ਦੇ ਚੁੱਕੇ ਹੋ,
ਇਹਨਾਂ ਤੋਂ ਪਰੇ ਜੋ ਸੰਦੇਹ ਹੈ ਉਹ ਸਾਨੂੰ ਦੱਸੋ ਤੇ ਉਸ ਦਾ ਉੱਤਰ ਲਵੋ। ਗੁਰੂ ਜੀ ਦੇ ਇਸ ਤਰ੍ਹਾਂ ਵਚਨ ਸੁਣ ਕੇ ਇੰਦਰਸੈਨ ਦੀ ਬੈਠੇ ਬੈਠੇ ਸਮਾਧੀ ਲੱਗ ਗਈ ਤੇ ਸਮਾਧੀ ਵਿੱਚ ਉਸਨੇ ਆਤਮਾ ਦੇ ਆਧਾਰ ਪੁਰਖ ਨੂੰ ਵੇਖਿਆ। ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਗੁਰੂ ਜੀ ਆਖਿਆ, ਹੁਣ ਇਹ ਭੋਜਨ ਛਕੋ। ਤਾਂ ਬਾਲੇ ਨੇ ਸਭ ਨੂੰ ਭੋਜਨ ਛਕਾਇਆ। ਜਦੋਂ ਝੰਡੇ ਵਾਡੀ ਨੇ ਗੁਰੂ ਜੀ ਦੇ ਹੱਥੋਂ ਲੈ ਕੇ ਥੋੜਾ ਭੋਜਨ ਛਕਿਆ ਤਾਂ ਉਸਦੇ ਕਪਾਟ ਖੁੱਲ ਗਏ। ਉਸ ਦਾ ਮੋਹ ਖਤਮ ਹੋ ਗਿਆ, ਦਵੈਸ਼ ਦੇ ਜੰਜਾਲਾਂ ਤੋਂ ਮੁਕਤ ਹੋ ਗਿਆ। ਉਸ ਦੀ ਬਿਰਤੀ ਜੁੜ ਗਈ, ਸਮਾਧੀ ਲਗਾਉਣ ਦੇ ਅਸਾਰ ਪੈਦਾ ਹੋ ਗਏ। ਇਸ ਤਰ੍ਹਾਂ ਬੈਠਿਆਂ 3 ਪਹਿਰ ਬੀਤ ਗਏ। ਜਦੋਂ 1 ਪਹਿਰ ਰਾਤ ਰਹਿ ਗਈ ਤਾਂ ਗੁਰੂ ਜੀ ਨੇ ਇਸ਼ਨਾਨ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਸਮਾਧੀ ਹਟਾਈ ਤਾਂ ਗੁਰੂ ਜੀ ਨੇ ਇੰਦਰਸੈਨ ਨੂੰ ਕਿਹਾ, ਇਹ ਮੰਜੀ ਲੈ ਕੇ ਸ਼ਹਿਰ ਵਿੱਚ ਬੈਠ। ਤਾਂ ਇੰਦਰਸੈਨ ਗੁਰੂ ਜੀ ਨੂੰ ਆਖਿਆ, ਮੈਨੂੰ ਗਿਆਨ ਬਖਸ਼ਿਆ ਹੈ, ਹੁਣ ਮੇਰੀ ਕੋਈ ਹੋਰ ਤਮੰਨਾ ਨਹੀਂ ਹੈ। ਮੈਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਹੈ। ਹੁਣ ਮੈਂ ਜਗਤ ਨੂੰ 3 ਕਾਲ ਵਿੱਚ ਅਣਹੋਇਆ ਸਮਝਦਾ ਹਾਂ। ਜਦੋਂ ਇਸ ਤਰ੍ਹਾਂ ਇੰਦਰਸੈਨ ਨੇ ਆਪ ਦਾ ਦ੍ਰਿੜ ਨਿਸ਼ਚੈ ਵਿਖਾਇਆ ਤਾਂ ਗੁਰੂ ਜੀ ਨੇ ਮੰਜੀ ਤੇ ਝੰਡੇ ਵਾਡੀ ਨੂੰ ਬਿਠਾਇਆ ਤੇ ਸਾਰੇ ਦੇਸ਼ ਦਾ ਗੁਰੂ ਬਣਾ ਦਿੱਤਾ। ਸਾਰੇ ਸ਼ਹਿਰ ਵਿੱਚ ਖਬਰ ਹੋ ਗਈ। ਇਹ ਖਬਰ ਰਾਜਾ ਸੁਦਰਸੈਨ ਤੱਕ ਵੀ ਪਹੁੰਚੀ ਕਿ ਇੱਕ ਤਪਾ ਸ਼ਹਿਰ ਵਿੱਚ ਆਇਆ ਹੈ। ਤਾਂ ਰਾਜੇ ਨੇ ਇੱਕ ਆਦਮੀ ਗੁਰੂ ਜੀ ਪਾਸ ਭੇਜਾ। ਰਾਜੇ ਦਾ ਆਦਮੀ ਗੁਰੂ ਜੀ ਪਾਸ ਆਇਆ। ਝੰਡੇ ਵਾਡੀ ਤੇ ਇੰਦਰਸੈਨ ਵੀ ਗੁਰੂ ਜੀ ਕੋਲ ਬੈਠੇ ਸਨ। ਉਹ ਆਦਮੀ ਪੁੱਛਣ ਲੱਗਾ ਕਿ ਨਾਨਕ ਤਪਾ ਕੌਣ ਹਨ। ਉਹਨਾਂ ਨੂੰ ਰਾਜੇ ਸੁਦਰਸੈਨ ਨੇ ਬੁਲਾਇਆ ਹੈ। ਤਾਂ ਇੰਦਰਸੈਨ ਨੇ ਕਿਹਾ, ਮੈਂ ਰਾਜਾ ਕੋਲ ਜਾਂਦਾ ਹਾਂ ਤੇ ਉਸ ਨੂੰ ਸਾਰੀ ਗੱਲ ਸਮਝਾਉਂਦਾ ਹਾਂ। ਉਹ ਮੇਰਾ ਮਾਮਾ ਲੱਗਦਾ ਹੈ। ਇੰਦਰਸੈਨ ਗੁਰੂ ਜੀ ਤੋਂ ਆਗਿਆ ਲੈ ਕੇ ਰਾਜੇ ਕੋਲ ਗਿਆ ਤੇ ਕਿਹਾ ਕਿ ਹੇ ਰਾਜਨ, ਉਹ ਸਾਧੂ ਨੂੰ ਪਰਮਾਤਮਾ ਸਰੂਪ ਜਾਣ ਕੇ ਉਸ ਦੀ ਸ਼ਰਨ ਵਿੱਚ ਆ ਜਾਵੀਂ। ਉਹ ਊਣਿਆਂ ਨੂੰ ਭਰਨ ਵਾਲਾ ਹੈ ਤੇ ਭਰਿਆਂ ਨੂੰ ਊਣੇ ਕਰਨ ਵਾਲਾ ਹੈ। ਹੇ ਰਾਜਨ, ਮਨ ਵਿੱਚ ਇਸ ਤਰ੍ਹਾਂ ਸਮਝ ਲੈ ਕਿ ਕੋਈ ਵੀ ਗੱਲ ਉਹਨਾਂ ਤੋਂ ਬਾਹਰੀ ਨਹੀਂ ਹੈ। ਜਦ ਰਾਜੇ ਨੇ ਕਿਹਾ, ਹੇ ਇੰਦਰਸੈਨ, ਜਿਸ ਤਰ੍ਹਾਂ ਤੂੰ ਆਖ ਰਿਹਾ ਏ, ਮੈਂ ਉਸ ਸਾਧੂ ਦੀ ਮੰਨਤ ਗ੍ਰਹਿਣ ਕਰਾਂਗਾ। ਮੈਂ ਪਹਿਲੇ ਵੀ ਉਹਨਾਂ ਦੀ ਮਹਿਮਾ ਸੁਣੀ ਹੈ। ਇਸ ਤਰ੍ਹਾਂ ਰਾਜਾ ਦਰਸ਼ਨ ਕਰਨ ਲਈ ਤਿਆਰ ਹੋ ਗਿਆ। ਡੰਡੇ ਸਮਾਨ ਲੰਮਾ ਪੈ ਕੇ ਰਾਜੇ ਨੇ ਗੁਰੂ ਜੀ ਨੂੰ ਸਲਾਮ ਕੀਤੀ। ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਸ਼ੁਭ ਉਪਦੇਸ਼ ਦਿੱਤਾ। ਗੁਰੂ ਜੀ ਆਖਿਆ, ਹੇ ਰਾਜਨ, ਇੱਥੋਂ ਦਾ ਗੁਰੂ ਝੰਡੇ ਵਾਡੀ ਹੈ, ਕਦੀ ਉਸ ਦੀ ਬਰਾਬਰੀ ਨਹੀਂ ਕਰਨੀ। ਇਸ ਨੂੰ ਸਦਾ ਹੀ ਨਮਸਕਾਰ ਕਰੀ ਜੇ ਆਪਣਾ ਭਲਾ ਚਾਹੁੰਦਾ ਏ। ਇਸ ਤਰ੍ਹਾਂ ਸੁਦਰਸੈਨ ਨੂੰ ਆਖ ਕੇ ਗੁਰੂ ਜੀ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ। ਤਾਂ ਰਾਜੇ ਆਖਿਆ, ਗੁਰੂ ਜੀ, ਇਹ ਸਭ ਰਾਜ ਭਾਗ ਝੰਡੇ ਨੂੰ ਸੰਭਾਲ ਦਿਓ, ਮੈਨੂੰ ਆਪਣੇ ਨਾਲ ਲੈ ਚੱਲੋ। ਮੇਰਾ ਮਨ ਤੁਹਾਡੇ ਬਿਨਾਂ ਨਹੀਂ ਠਹਿਰਦਾ। ਇਸ ਤਰ੍ਹਾਂ ਆਖ ਰਾਜੇ ਦਾ ਕੰਠ ਰੁਕ ਗਿਆ ਅਤੇ ਉਹ ਪ੍ਰੇਮ ਵਿੱਚ ਵਿਆਕੂਲ ਹੋ ਗਿਆ। ਉਹ ਅੰਤਰਵਿਰਹੋਂ ਦਾ ਪਹਾੜ ਸਾਹਮਣੇ ਖੜੋਤਾ ਵੇਖ ਕੇ ਭੈਭੀਤ ਹੋਣ ਲੱਗਾ। ਤਦ ਗੁਰੂ ਜੀ ਨੇ ਰਾਜੇ ਦੀ ਇਹ ਪ੍ਰੇਮਮਈ ਦਸ਼ਾ ਵੇਖ ਕੇ ਰਾਜੇ ਨੂੰ ਆਖਿਆ, ਹੇ ਰਾਜੇ, ਤੂੰ ਦਿਲ ਛੋਟਾ ਨਾ ਕਰ। ਤੂੰ ਜਦੋਂ ਵੀ ਮੈਨੂੰ ਯਾਦ ਕਰੇਗਾ ਪਾ ਲਵੇਂਗਾ। ਹਰ ਵੇਲੇ ਮੈਨੂੰ ਆਪਣੇ ਨਾਲ ਹੀ ਸਮਝਣਾ। ਫਿਰ ਹੋਰ ਲੋਕ ਤੇ ਝੰਡਾ ਵਾਡੀ ਵੀ ਆ ਗਏ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਆਪ ਉਥੋਂ ਪਲਾਇਨ ਕੀਤਾ। ਸਮੁੰਦਰ ਤੇ ਇਸ ਤਰ੍ਹਾਂ ਜਾ ਰਹੇ ਸਨ ਜਿਵੇਂ ਧਰਤੀ ਤੇ ਜਾ ਰਹੇ ਹੋਣ। ਕਈ ਵਾਰ ਰਸਤੇ ਵਿੱਚ ਗੁਰੂ ਜੀ ਮਰਦਾਨੇ ਨਾਲ ਹਾਸ ਵਿਲਾਸ ਦੀਆਂ ਗੱਲਾਂ ਵੀ ਕਰਦੇ ਜਾ ਰਹੇ ਸਨ। ਅਗਾਂਹ ਇੱਕ ਟਾਪੂ ਆ ਗਿਆ। ਗੁਰੂ ਜੀ ਉਸ ਟਾਪੂ ਵਿੱਚ ਚਲੇ ਗਏ। 2 ਕੋਹ ਅੱਗੇ ਜਾ ਕੇ ਵੇਖਿਆ, ਬੜਾ ਸੁੰਦਰ ਨਗਰ ਬਣਿਆ ਹੋਇਆ ਹੈ। ਸ਼ਹਿਰ ਦੁਆਲੇ ਵੱਡੀ ਸਾਰੀ ਉੱਚੀ ਫਸੀਲ ਬਣੀ ਹੋਈ ਸੀ। ਇੱਕ ਜਗ੍ਹਾ ਵੇਖ ਕੇ ਗੁਰੂ ਜੀ ਬੈਠ ਗਏ। ਇਸ ਤਰ੍ਹਾਂ ਬੈਠਿਆਂ ਨੂੰ 3 ਦਿਨ ਬੀਤ ਗਏ। ਤਾਂ ਗੁਰੂ ਜੀ ਨੂੰ ਮਰਦਾਨੇ ਨੇ ਕਿਹਾ, ਜੇ ਆਗਿਆ ਹੋਵੇ ਤਾਂ ਮੈਂ ਸ਼ਹਿਰ ਆ ਜਾਵਾਂ, ਜਲਦੀ ਵਾਪਸ ਆ ਜਾਵਾਂਗਾ।
तद गुरु जी हस पए ते मर्दाने नूं आखण लगे, मर्दाने तैनूं भुख लग गई। तां मर्दाने कहा, गुरु जी तुहानूं ते कोई भुख ते नहीं लगदी, पर मैनूं भुख प्यास दा बड़ा दुख है। तद गुरु जी ने कहा, मर्दाने दिल नहीं डुलाईदा, परमात्मा ते यकीन रख। जिथे बैठे हाँ परमात्मा कोई ना कोई विध जरूर बना देवेगा। इस तरह आपस विच गल्लां कर रहे सन। अगे बहुत सारे सूर आउंदे वेखे अते बहुत सारे मिरग आ रहे सन। उन्हां डरदियां मारियां ने मूँह उतां नूं चुके हुए सन। उन्हां दे पिछे बाज छड्डे हुए सन। उन्हां दे पिछे घोड़े दौड़ाए सन ते सब तो पिछे राजा जा रहा सी, जिस दी बड़ी सोहनी छवि सी। गुरु जी नूं बैठियां वेख के चल के गुरु जी कोल आया। कौन हो तुसीं? इत्थे जंगल च क्यों बैठे हो? मर्दाने तो पुछण लगा। मर्दाना पहले ही भुख दा सताया गुस्से होया बैठा सी। आखण लगा, तैनूं दिसदा नहीं असीं आदमी हाँ, होर की हाँ? ते आखण लगा, तैनूं दिसदा नहीं फकीर हाँ असीं। इस तरह टेढ़ी जही नज़र नाल तक के फिर मर्दाने ने उस वल ना तक्या तां बाले ने समझा गुरु जी चुप हन। मर्दाना खिजा पिया है। राजे नूं आखण लगा, भाई असीं परदेसी हाँ, साडी किसे नाल कोई जान पछाण नहीं है। असीं संत लोक हाँ, देश विदेश दी सैर पई करदे हाँ। इधर टापू दा पता लगा तां इधर सैर करन आ निकले ते राजा मदर सैन ने आख्या, मैनू पता लगा इधर कोई नानक तपा आया है, जिसने पिछले टापू च झंडे वाडी नूं उथों दा गुरु बनाया है ते राजे सुधर सैन नूं बहुत वधाया है। हाँ हाँ ओही नानक तपा, बाले ने कहा। तां मदर सैन खुश होया। गुरु जी नूं नमस्कार करके महलां च जाण लई बेनती करन लगा, मेरे महलां नूं पवित्र करो, भंडारा बनाओ अते छको, चंगे चंगे कपड़े पहनो। जो तुसीं शहर च नहीं जाना चाहुंदे तां इत्थे पहुंचा दिंदा हां। गुरु जी ने वचन उचारे। गुरु जी दे वचन सुन के राजा दोवें हथ जोड़ के आखण लगा, मैनू प्रेम अधिकारी समझ के उपदेश दिओ। वार वार गुरु दे चरनां ते नमस्कार करन लगा ते बड़े प्रेम वचन होए। गुरु जी कहा, हे राजन, ये संसार मिथ्या है, जो दृष्ट सब विनाश होने वाला है। जिस तरह अज्ञान च रस्सी दा सप नजर आउंदा, इसे तरह संसार भी झूठा है। इस संसार नूं नाशवान जान के ही सतनाम दा सिमरन करना चाहिदा है। इसे विच ही इंसान दा पार उतारा है। जिस तरह कागज ते सिफर लिखण नाल एके तो बिना कोई रकम नहीं बन सकती, इसे तरह परमात्मा दे एक नाम तो बिना बाकी सब साजो समान व्यर्थ है। जे पहले एक नाम रूपी एक लिख लवे तां संसार रूपी सिफर दा भी अर्ध बन जाता है। जे एके दे नाल एक एक सिफर लिखते जाइए तां उस विच 10 गुणा वाधा हुंदा जांदा है। इसे तरह ही नाम दे प्रताप नूं जाण के पूजा वर्त नेम आदि नाल परमात्मा दा सिमरन कीता जाए तां उसदा 10 गुणा हो जाता है, मुक्ति हो जाती है। सब तो श्रोमणी नाम ही है। इस करके सब चीज़ां दा ध्यान छड्ड के नाम दा सिमरन करना चाहिदा। इस तरह गुरु जी दे पवित्र वचन सुन के मन नाम च रंगिया गया अते परमात्मा दी भगती करन लगा ते गुरु जी नूं बेनती कीती कि महाराज आप मेरे नाल चलो। बड़े सुंदर महल खूबसूरत ढंग नाल सजाए गए हन। उन्हां दी दुर्गत बुद्धि खत्म हो गई। सारा देश गुरु जी दा नाम जपण लगा। मदर सैन संसारक बंधन तोड़ के मुक्त हो गया अते उस दे हिरदे च आत्म प्रकाश दा ज्ञान हो गया अते सतगुरु दे चरनां नाल प्रीत करन लगा। मर्दाने दे मन च भी हौमिया दा त्याग हो गया। उस दे सारे भरम भौ मिट गए। शहर विच धर्मशाला बनाई गई ते हर रोज़
ਕੜਾਹ ਪ੍ਰਸਾਦ ਦੀ ਦੇਗ ਦੀ ਮਰਿਆਦਾ ਸ਼ੁਰੂ ਹੋਈ। ਕੁਝ ਦਿਨ ਗੁਰੂ ਜੀ ਰਾਜੇ ਮਦਰ ਸੈਨ ਕੋਲ ਰਹੇ ਤੇ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਆਖਿਆ, ਤੂੰ ਰਾਜੇ ਸੁਦਰ ਸੈਨ ਦੀ ਈਨ ਮੰਨ ਲੈ। ਤਾਂ ਮਦਰ ਸੈਨ ਨੇ ਕਿਹਾ, ਠੀਕ ਹੈ ਗੁਰੂ ਜੀ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਤੁਹਾਡੀ ਆਗਿਆ ਬਿਨਾਂ ਕਿਸੇ ਸੋਚ ਵਿਚਾਰ ਤੋਂ ਮੇਰੇ ਸਿਰ ਮੱਥੇ। ਗੁਰੂ ਜੀ ਨੇ ਕਿਹਾ, ਹੇ ਰਾਜਨ, ਹੁਣ ਅਸੀਂ ਤੈਥੋਂ ਵਿਦਾਇਗੀ ਚਾਹੁੰਦੇ ਹਾਂ। ਤਦ ਰਾਜੇ ਨੇ ਨਿਮਰਤਾ ਸਹਿਤ ਸੀਸ ਝੁਕਾਇਆ ਤੇ ਕਿਹਾ, ਗੁਰੂ ਜੀ, ਥੋੜੇ ਦਿਨ ਹੋਰ ਮੇਰੇ ਪਾਸ ਰਹਿਣ ਦੀ ਕਿਰਪਾਲਤਾ ਕਰੋ। ਗੁਰੂ ਜੀ 2 ਦਿਨ ਹੋਰ ਰੁਕ ਕੇ ਫਿਰ ਅਗਾਂਹ ਚੱਲ ਪਏ। ਸਾਰਾ ਦੇਸ਼ ਲੰਘ ਕੇ ਗੁਰੂ ਫਿਰ ਸਮੁੰਦਰ ਤੇ ਤੁਰਨ ਲੱਗੇ। ਮੂਰੇ ਮੂਰੇ ਗੁਰੂ ਜੀ, ਪਿੱਛੇ ਬਾਲਾ ਤੇ ਮਰਦਾਨਾ ਜਾ ਰਹੇ ਸਨ। ਅਨੇਕਾਂ ਤਰ੍ਹਾਂ ਦੇ ਹਾਸੇ ਮਖੌਲ ਕਰਦੇ ਗੁਰੂ ਜੀ ਅੱਗੇ ਜਾ ਰਹੇ ਸਨ।